ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਹਰਿਆਣੇ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਬਿੱਲ ਹਰਿਆਣਾ ਵਿਧਾਨ ਸਭਾ ਵਿੱਚ ਲਿਆਂਦਾ ਸੀ। ਹਰਿਆਣਾ ਵਿਧਾਨ ਸਭਾ ਨੇ ਇਸ ਬਿੱਲ ਨੂੰ ਮੈਜੋਰਟੀ ਵੋਟਸ ਨਾਲ ਪਾਸ ਕਰਕੇ ਪ੍ਰਵਾਨਗੀ ਲਈ ਗਵਰਨਰ ਹਰਿਆਣਾ ਨੂੰ ਭੇਜਿਆ, ਜਿਸ ਨੇ ਇਸ ਬਿੱਲ ਤੇ ਦਸਤਖਤ ਕਰਕੇ ਇਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਪੰਜਾਬ ਦੇ ਬਾਦਲ ਅਕਾਲੀ ਦਲ ਨੂੰ ਇਸ ਦਾ ਬੜਾ ਵੱਡਾ ਝਟਕਾ ਲੱਗਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕਮੇਟੀ ਦੀ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਬਾਦਲ ਨੇ ਜਜ਼ਬਾਤੀ ਅੰਦਾਜ਼ ਵਿੱਚ ਰੋ ਕੇ ਹਰਿਆਣਾ ਕਮੇਟੀ ਦੀ ਵਿਰੋਧਤਾ ਕੀਤੀ। 24 ਘੰਟੇ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸੱਦਿਆ ਗਿਆ। ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੱਦੀ ਗਈ ਅਤੇ 5 ਜਥੇਦਾਰ ਅਕਾਲ ਤਖਤ ਤੇ ਇਕੱਠੇ ਹੋਏ। ਐਗਜ਼ੀਕਿਊਟਿਵ ਕਮੇਟੀ ਨੇ ਕਾਲੀ ਵਿੱਚ ਮਤਾ ਪਾਸ ਕੀਤਾ ਕਿ ਹਰਿਆਣਾ ਕਮੇਟੀ ਦੇ 2 ਐਡਹਾਕ ਸਰਦਾਰ ਜਗਦੀਸ਼ ਸਿੰਘ ਝਿੰਡਾ ਅਤੇ ਸਰਦਾਰ ਦਿਦਾਰ ਸਿੰਘ ਨਲਵੀ ਅਤੇ ਹਰਿਆਣਾ ਸਰਕਾਰ ਵਿੱਚ ਮੰਤਰੀ ਹਰਮਿੰਦਰ ਸਿੰਘ ਚੱਠਾ ਨੂੰ ਪੰਥ ਵਿੱਚੋਂ ਖਾਰਿਜ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਜਨਰਲ ਹਾਊਸ ਨੇ ਇਹਨਾਂ ਤਿੰਨਾਂ ਨੂੰ ਪੰਥ ਚੋਂ ਖਾਰਿਜ ਕਰਨ ਦੇ ਮਤੇ ਤੇ ਮੋਹਰ ਲਗਾਈ ਅਤੇ ਇਹ ਮਤਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਆਗਿਆਕਾਰ ਮੁਲਾਜ਼ਮ ਵਾਂਗ ਬਾਦਲ ਦੇ ਹੁਕਮ ਦੀ ਤਾਮਿਲ ਕਰਦਿਆਂ ਇਹਨਾਂ ਤਿੰਨਾਂ ਸਿੰਘਾਂ ਨੂੰ ਖਾਲਸਾ ਪੰਥ ਵਿੱਚੋਂ ਖਾਰਿਜ ਕਰਨ ਦਾ ਹੁਕਮ ਸੁਣਾਇਆ। ਇਸ ਫੈਸਲੇ ਦੇ ਪੰਥ ਨੂੰ ਪਿਆਰ ਕਰਨ ਵਾਲੇ ਹਰ ਸਿੱਖ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਕਿਉਂਕਿ ਇਸ ਨਾਲ ਅਕਾਲ ਤਖਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਵਿਊਅਰਸ, ਹੁਣ ਇਹ ਲੱਗਣ ਲੱਗ ਪਿਆ ਹੈ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਤਖਤ ਨਾ ਹੋ ਕੇ ਬਾਦਲ ਅਕਾਲੀ ਦਲ ਦੀ ਇੱਕ ਐਕਸਟੈਂਸ਼ਨ ਹੋਵੇ। ਅੱਜ ਅਸੀਂ ਇਸ ਮੁੱਦੇ ਸੰਬੰਧੀ 2 ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਜਿਹੜੇ ਕਿ ਸਾਡੇ ਨਾਲ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਹੋਣ ਦੇ ਨਾਤੇ ਇਸ ਫੈਸਲੇ ਦੇ ਵਿੱਚ ਸ਼ਾਮਿਲ ਹੋਏ ਸੀ। ਤੁਸੀਂ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਜਰਨਲ ਇਜਲਾਸ ਵੀ ਨਹੀਂ ਸੀ, ਕਿਉਂਕਿ ਉਹ ਤਾਂ ਇੱਕ ਆਮ ਮੀਟਿੰਗ ਸੀ ਮੈਂਬਰਾਂ ਦੀ ਜੀ। ਕਿਉਂਕਿ ਜਰਨਲ ਇਜਲਾਸ ਜਦੋਂ ਹੁੰਦਾ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ 5 ਸਿੰਘ ਸਾਹਿਬਾਨ ਉਹਦੇ 'ਚ ਬਹਿੰਦੇ ਨੇ। ਉਹਦੀ ਮਰਿਆਦਾ ਇੱਕ ਵੱਖਰੀ ਕਿਸਮ ਦੀ ਹੈ ਜੀ। ਇਹ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆਮ ਮੈਂਬਰਾਂ ਦੀ ਮੀਟਿੰਗ ਹੋਈ ਸੀ। ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਸੰਖੇਪ ਦਾ ਭਾਸ਼ਣ ਕੀਤਾ ਜੀ। ਤੇ ਸੰਖੇਪ ਦੇ ਭਾਸ਼ਣ ਤੋਂ ਬਾਅਦ ਉਹਨੇ ਕਿਹਾ ਵੀ ਇਹਨਾਂ ਨੇ ਕਾਂਗਰਸ ਨੇ ਕਮੇਟੀ ਤੋੜੀ ਹੈ, ਇਹ ਬੰਦਿਆਂ ਨੇ ਉਹਦੇ 'ਚ ਸ਼ਮੂਲੀਅਤ ਕੀਤੀ ਹੈ, ਇਹਨਾਂ ਨੇ ਨੁਕਸਾਨ ਕਰਿਆ, ਇਹ ਕਰਿਆ, ਉਹ ਕਰਿਆ। ਉਹਨਾਂ ਨੇ ਗੱਲਾਂ ਕਹੀਆਂ ਤੇ ਉਹਨੇ ਕਿਹਾ ਵੀ ਤੁਸੀਂ ਇਹਨੂੰ ਪਾਸ ਕਰੋ ਜੀ। ਉਹ ਇੰਨੇ ਨੂੰ ਬੀਬੀ ਕਿਰਨਜੋਤ ਕੌਰ ਖੜੀ ਹੋ ਗਈ। ਉਹਨੇ ਨੇ ਕਹਿਤਾ ਵੀ ਤੁਸੀਂ 1 ਮਿੰਟ ਮੇਰੀ ਗੱਲ ਸੁਣ ਲਓ। ਹਾਂਜੀ। ਉਹਨਾਂ ਨੇ ਕਿਹਾ ਵੀ ਤੁਸੀਂ ਲੜਾਈ ਲੜੋ ਜਿਹੜੀ ਲੜਨੀ ਹੈ, ਪਰ ਤੁਸੀਂ ਪੰਥ ਤੋਂ ਅਕਾਲ ਤਖਤ ਨੂੰ ਵਿੱਚ ਇਨਵਾਲਵ ਨਾ ਕਰੋ ਇਸ ਮਸਲੇ 'ਚ। ਜੀ ਬਿਲਕੁਲ। ਤੇ ਉਹਨੇ ਆਪਣੀ ਰਾਏ ਦਿੱਤੀ ਤੇ ਉਸ ਤੋਂ ਬਾਅਦ ਪ੍ਰਧਾਨ ਨੂੰ ਲੱਗਿਆ ਵੀ ਹੋਰ ਮੈਂਬਰ ਵੀ ਰਾਏ ਦੇਣਗੇ, ਕਿਉਂਕਿ ਸਾਰੇ ਮੈਂਬਰਾਂ ਦੀ ਇੱਛਾ ਸੀ ਬਹੁ ਗਿਣਤੀ ਦੀ ਆਪਾਂ ਰਾਏ ਦਈਏ, ਅਕਾਲ ਤਖਤ ਕੋਲ ਨਾ ਜਾਵੇ। ਹਾਂਜੀ। ਤੇ ਪ੍ਰਧਾਨ ਨੂੰ ਲੱਗਿਆ ਵੀ ਮੈਂਬਰ ਰਾਏ ਦੇਣਗੇ ਤੇ ਕੰਮ ਖਰਾਬ ਹੋਏਗਾ। ਉਹਨੇ ਚੱਕਿਆ, ਉਹਨੇ ਫਟਾਫਟ ਜਕਾਰਾ ਛੱਡਿਆ ਤੇ ਕਹਿੰਦਾ ਪਾਸ ਕਰਕੇ ਚਲਾ ਗਿਆ ਜੀ। ਇੱਕ ਤਾਂ ਇਹ ਗੱਲ ਮਤਲਬ ਜਿਹੜੀ ਬਿਨਾਂ ਕਿਸੇ ਵਿਚਾਰ ਵਟਾਂਦਰੇ ਤੋਂ ਪਾਸ ਕੀਤੀ ਗਈ, ਮਤਲਬ ਆਮ ਮੈਂਬਰਾਂ ਦੀ ਮੀਟਿੰਗ ਦੇ ਵਿੱਚ। ਹਾਂਜੀ। ਇਹ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਜੀ। ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਤਕਰੀਬਨ 2 ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਨੇ ਇਹ ਰਾਏ ਦਿੱਤੀ ਸੀ ਵੀ ਆਪਾਂ ਮੋਰਚਾ ਲਾਓ, ਕਾਨੂੰਨੀ ਲੜਾਈ ਲੜੋ, ਧਰਨੇ ਕਰੋ, ਮੁਜ਼ਾਹਰੇ ਕਰੋ, ਜੋ ਮਰਜ਼ੀ ਕਰੋ, ਪਰ ਇਹਦੇ ਵਿੱਚ ਅਕਾਲ ਤਖਤ ਨੂੰ ਇਨਵਾਲਵ ਨਾ ਕੀਤਾ ਜਾਵੇ ਜੀ। ਇਹ ਸਾਰੇ ਮੈਂਬਰਾਂ ਦੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ 2 ਮੈਂਬਰਾਂ ਤੋਂ ਬਿਨਾਂ, ਇੱਕ ਦਿਆਲ ਸਿੰਘ ਕੋਲਿਆਂ ਵਾਲੀ, ਇੱਕ ਰਘੂਜੀਤ ਸਿੰਘ ਬਿਰਕ ਜੀ, 2 ਤੋਂ ਬਿਨਾਂ ਸਾਰੇ ਮੈਂਬਰਾਂ ਨੇ ਇਕਜੁੱਟ ਇਹਦਾ ਵਿਰੋਧ ਕੀਤਾ ਸੀ ਵੀ ਇਹ ਨਹੀਂ ਹੋਣਾ ਚਾਹੀਦਾ। ਹਾਂਜੀ। ਪਰ ਉਹਦੇ ਵਿਰੋਧ ਦੇ ਬਾਵਜੂਦ ਵੀ ਪ੍ਰਧਾਨ ਨੇ ਕਿਹਾ ਜੀ ਨਹੀਂ, ਇਹ ਕਰਨਾ ਹੀ ਪੈਣਾ ਜੀ, ਕੋਈ ਰਾਹ ਨਹੀਂ ਜੀ, ਇਹ ਹੱਲ ਨਹੀਂ ਜੀ, ਲੀਡਰਸ਼ਿਪ ਚਾਹੁੰਦੀ ਹੈ ਜੀ, ਫਲਾਣਾ ਧਮਕਾ। ਉਹਨੇ ਆਪਣਾ ਮਤਲਬ ਉਹ ਚਿੱਠੀ ਜਿਹੜੀ ਸੀ ਆਪਣਾ ਅਕਾਲ ਤਖਤ ਸਾਹਿਬ ਨੂੰ ਉਹ ਦੇਣ ਚਲਾ ਗਿਆ ਜੀ। ਉਹਨਾਂ ਨੇ ਉਹਨੂੰ ਦੇ ਦਿੱਤੀ। ਹਾਂਜੀ। ਬਦਕਿਸਮਤੀ ਜਿਹੜੀ ਸਭ ਤੋਂ ਦੁਖਦਾਇਕ ਪਹਿਲੂ ਇਹ ਹੈ ਜੋ ਮੈਂ ਮਹਿਸੂਸ ਕਰਦਾ ਜੀ ਕਿ ਇਹ ਕੋਈ ਧਾਰਮਿਕ ਮਾਮਲਾ ਨਹੀਂ ਹੈ। ਹਾਂਜੀ। ਇਹ ਮਸਲਾ ਗੁਰਦੁਆਰੇ ਪ੍ਰਬੰਧ ਦਾ ਮਸਲਾ ਹੈ,
ਜੀ ਇੱਕ ਸੰਸਥਾ ਦਾ ਮਸਲਾ ਹੈ। ਹਾਂਜੀ ਇਹਦੀ ਲੜਾਈ ਕਾਨੂੰਨਨ ਤੌਰ ਤੇ ਲੜੀ ਜਾਣੀ ਚਾਹੀਦੀ ਹੈ ਜੀ ਇਹਦੀ ਲੜਾਈ ਪੋਲੀਟੀਕਲ ਤੌਰ ਤੇ ਲੜੀ ਜਾਣੀ ਚਾਹੀਦੀ ਹੈ। ਹਾਂਜੀ ਇਹ ਏਦਾਂ ਮਤਲਬ ਕਿ ਤਿੰਨ ਬੰਦਿਆਂ ਨੂੰ ਬਿਨਾਂ ਬੁਲਾਇਆ ਬਿਨਾਂ ਉਹਨਾਂ ਦੀ ਗੱਲ ਸੁਣੇ ਉਹਨਾਂ ਨੂੰ ਮਤਲਬ ਸਿੱਖੀ ਵਿੱਚੋਂ ਛੇਕਣਾ, ਇਹ ਗੱਲਾਂ ਪੰਥਕ ਮਰਿਆਦਾ ਦੇ ਉਲਟ ਨੇ। ਇਹਦਾ ਅਕਾਲ ਤਖਤ ਤੋਂ ਭਰੋਸਾ ਦਿਨ ਪ੍ਰਤੀ ਦਿਨ ਉੱਠਦਾ ਜਾ ਰਿਹਾ ਜੀ। ਤੇ ਮੈਂ ਤਾਂ ਤੁਹਾਨੂੰ ਸੱਚੀ ਗੱਲ ਇਹ ਕਹਿਣੀ ਚਾਹੁੰਦਾ, ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਇਕ ਤੇ ਮਤਲਬ ਅਫਸੋਸ ਭਰਿਆ ਮਤਲਬ ਇਹ ਪਲ ਸੀ, ਇਹ ਸਮਾਂ ਸੀ ਜਿਹੜਾ ਕੱਲ ਦਾ ਦਿਨ ਜਿਹੜਾ ਵਾਪਰਿਆ। ਮੈਨੂੰ ਜਿੰਨਾ ਇਹਦਾ ਦੁੱਖ ਹੈ ਮੈਂ ਉਹਦਾ ਸ਼ਬਦਾਂ ਵਿੱਚ ਉਹਦਾ ਬਿਆਨ ਨਹੀਂ ਕਰ ਸਕਦਾ, ਮੈਂ ਉਹਦਾ ਅਹਿਸਾਸ ਹੀ ਕਰ ਸਕਦਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ, ਸਾਡੇ ਤਿੰਨ ਭਰਾਵਾਂ ਨੂੰ ਪੰਥ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਬਿਨਾਂ ਕਿਸੇ ਵਜ੍ਹਾ ਤੋਂ, ਕਿਉਂਕਿ ਉਹਨਾਂ ਨੇ ਕਿਸੇ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਸੀਗੀ, ਉਹਨਾਂ ਨੇ ਕਿਸੇ ਕੋਈ ਧਾਰਮਿਕ ਗੁਨਾਹ ਨਹੀਂ ਕੀਤਾ ਸੀ। ਫਿਰ ਵੀ ਡੋਨਟ ਅੰਡਰਸਟੈਂਡ ਕਿ ਇਹਨਾਂ ਨੂੰ ਫਿਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਚੀਜ਼ ਦੇ ਵਿੱਚ ਕਿਉਂ ਇਨਵੋਲਵ ਕੀਤਾ ਗਿਆ। ਤੇ ਵੀਰ ਜੀ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਬਾਕੀ ਕੁਐਸਚਨਸ ਦੇ ਬਾਰੇ ਜਾਣਨ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਬਾਹਰ ਦੇ ਜਿਹੜੇ ਸਿੱਖ ਤੁਹਾਨੂੰ ਵੇਖ ਰਹੇ ਨੇ ਸੁਣ ਰਹੇ ਨੇ, ਤੁਸੀਂ ਸਾਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਆ ਆਪਣੇ ਭਰਾਵਾਂ ਨੂੰ ਵਾਪਸ ਲੈ ਕੇ ਆਉਣ ਦੇ ਲਈ। ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਮੈਂ ਇਹ ਸਮਝਦਾ ਵੀ ਜੋ ਤੁਸੀਂ ਵੀ ਮਤਲਬ ਕਿਹਾ ਵੀ ਜਥੇਦਾਰ ਸਾਹਿਬ ਦਾ ਜੋ ਅਕਾਲ ਤਖਤ ਦਾ ਜੋ ਨਿਰਮਲ ਭਾਉ ਹੈ ਸੰਗਤਾਂ ਦੇ ਅੰਦਰ, ਨਿਰਮਲ ਭਾਏ ਜਿਹੜਾ ਹੈ ਜੀ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਡਰ ਹੈ। ਡਰ ਵਾਲੀ ਗੱਲ ਨਹੀਂ, ਨਿਰਮਲ ਭਾਏ ਹੈ ਮਤਲਬ ਜੋ ਸਾਡੇ ਗੁਰੂ ਸਾਹਿਬਾਨ ਨੇ ਤਖਤ ਦੀ ਸਿਰਜਣਾ ਕੀਤੀ, ਉਹਨੇ ਕਿਸ ਕਿਸਮ ਦੀ ਮਰਿਆਦਾ ਬਣਾਈ ਕਿ ਪੰਥ ਇਕੱਠਾ ਰਹੇ, ਪੰਥ ਦੇ ਜਿਹੜੇ ਅੰਦਰੂਨੀ ਮਸਲੇ ਨੇ ਉਹ ਤਖਤ ਸਾਹਿਬ ਉੱਤੇ ਨਿਬੇੜੇ ਜਾਣ। ਦੇਖੋ ਜ਼ਰੂਰੀ ਇਹ ਸੀ ਜੋ ਮੈਂ ਸਮਝਦਾ ਕਿ ਉਹਨਾਂ ਤਿੰਨਾਂ, ਪਹਿਲੀ ਤਾਂ ਗੱਲ ਜਿਹੜੇ ਨਲਵੀ ਤੇ ਝਿੰਡਾ ਨੇ ਦੋ ਬੰਦੇ ਜੀ, ਉਹਨਾਂ ਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਉਹਨਾਂ ਨੇ ਰਿਟਨ ਚਿੱਠੀ ਭੇਜੀ ਅਕਾਲ ਤਖਤ ਨੂੰ ਵੀ ਸਾਨੂੰ 2-4 ਦਿਨ ਦਾ ਸਮਾਂ ਦਿੱਤਾ ਜਾਵੇ, ਅਸੀਂ ਹਾਜ਼ਰ ਹੋਣ ਲਈ ਤਿਆਰ ਹਾਂ। ਹਾਂਜੀ। ਜਦੋਂ ਕੋਈ ਬੰਦਾ ਕਿਸੇ ਅਦਾਲਤ ਨੂੰ ਇਹ ਕਹਿੰਦਾ ਵੀ ਮੈਂ 2-4 ਦਿਨ ਮਤਲਬ ਮੈਨੂੰ ਮੌਕਾ ਦਿੱਤਾ ਜਾਵੇ, ਮੈਂ ਹਾਜ਼ਰ ਹੋਣ ਲਈ ਤਿਆਰ ਹਾਂ, ਇਹ ਤਮੀਨ ਜੋ ਬੰਦਾ ਉਸ ਤਖਤ ਨੂੰ ਸਮਰਪਿਤ ਹੈ, ਉਸ ਅਦਾਲਤ ਨੂੰ ਸਮਰਪਿਤ ਹੈ। ਜੇ ਉਹ ਸਮਰਪਿਤ ਨਾ ਹੁੰਦਾ ਉਹ ਕਹਿ ਦਿੰਦੇ ਵੀ ਅਸੀਂ ਨਹੀਂ ਆਉਣਾ। ਉਹਨਾਂ ਨੇ ਰਿਟਨ ਫੈਕਸਾਂ ਕੀਤੀਆਂ, ਰਿਟਨ ਚਿੱਠੀ ਭੇਜੀ ਹੈ ਕਿ ਅਸੀਂ ਅਕਾਲ ਤਖਤ ਸੁਪਰਮੇਸੀ ਹੈ, ਸੁਪਰੀਮ ਹੈ, ਅਸੀਂ ਉਹਦਾ ਹਰ ਹੁਕਮ ਮੰਨਾਂਗੇ, ਅਸੀਂ ਸਾਨੂੰ 2-4 ਦਿਨ ਦਾ ਸਮਾਂ ਦਿੱਤਾ ਜਾਵੇ। ਹਾਂਜੀ। ਅਕਾਲ ਤਖਤ ਸਾਹਿਬ ਨੇ ਕਾਹਲੀ ਕੀਤੀ, ਸਾਡੀ ਇੱਕ ਕਮੇਟੀ ਭੇਜੀ, ਉਹ ਕਮੇਟੀ ਅਕਾਲ ਤਖਤ ਸਾਹਿਬ ਦੀ ਸੀ। ਅਸੀਂ ਅਕਾਲ ਤਖਤ ਸਾਹਿਬ ਦੀ ਨੁਮਾਇੰਦਗੀ ਕਰਕੇ ਉੱਥੇ ਗਏ ਤੇ ਸਾਡੇ ਸਾਹਮਣੇ ਉਹ ਬੰਦੇ ਪੇਸ਼ ਹੋਏ ਜਿਨ੍ਹਾਂ ਨੂੰ ਮਤਲਬ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਤੁਸੀਂ ਭਾਈ ਇਹਨਾਂ ਅੱਗੇ ਪੇਸ਼ ਹੋਵੋ। ਹਾਂਜੀ। ਤੇ ਤੀਜੀ ਗੱਲ, ਜਿਹੜਾ ਚੱਠਾ ਹੈ, ਚੱਠੇ ਨੂੰ ਤਾਂ ਕਿਸੇ ਨੇ ਸੱਦੇ ਹੀ ਨਹੀਂ, ਚੱਠੇ ਨੂੰ ਕਿਸੇ ਨੇ ਚਿੱਠੀ ਹੀ ਨਹੀਂ ਪਾਈ, ਚੱਠੇ ਦਾ ਕਿਸੇ ਨੇ ਪੱਖ ਸੁਣਿਆ ਹੀ ਨਹੀਂ। ਸੰਸਾਰ ਦੀ ਕੋਈ ਅਦਾਲਤ ਕਿਸੇ ਨੂੰ ਬਿਨਾਂ ਸੁਣੇ ਸਜ਼ਾ ਨਹੀਂ ਦੇ ਸਕਦੀ। ਜੀ ਬਿਲਕੁਲ। ਇਹ ਅਕਾਲ ਤਖਤ ਦੀ ਜਿਹੜੀ ਪਰੰਪਰਾ ਹੈ, ਜਿਹੜੀ ਉੱਥੇ ਦੀ ਮਰਿਆਦਾ ਹੈ, ਉਹ ਇਹ ਕਹਿੰਦੀ ਹੈ ਕਿ ਜੇ ਕਿਸੇ ਬੰਦੇ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ, ਭਾਵੇਂ ਉਹ ਕਰਨੈਲ ਸਿੰਘ ਪੰਜੋਲੀ ਕਰਦਾ, ਭਾਵੇਂ ਕੋਈ ਹੋਰ ਕਰਦਾ, ਸ਼ਿਕਾਇਤ ਕਰਨ ਵਾਲੇ ਬੰਦੇ ਤੋਂ ਬਾਅਦ ਫਿਰ ਜਿਹਦੇ ਖਿਲਾਫ ਸ਼ਿਕਾਇਤ ਆ ਉਹਨੂੰ ਅਕਾਲ ਤਖਤ ਸਾਹਿਬ ਲਿਖਤੀ ਆਦੇਸ਼ ਜਾਰੀ ਕਰਦੇ ਨੇ ਕਿ ਤੁਹਾਡੇ ਖਿਲਾਫ ਆ ਸ਼ਿਕਾਇਤ ਆਈ ਹੈ, ਤੁਸੀਂ ਇਹਦਾ ਸਪਸ਼ਟੀਕਰਨ ਦੇਣ ਲਈ ਇਸ ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ। ਹਾਂਜੀ। ਜਦੋਂ ਬੰਦਾ ਪੇਸ਼ ਹੁੰਦਾ ਉਹਨੂੰ ਬਕਾਇਦਾ ਉਹਦਾ ਦੋਸ਼ ਪੜ੍ਹ ਕੇ ਸੁਣਾਇਆ ਜਾਂਦਾ ਵੀ ਤੇਰੇ ਤੇ ਆਹ ਐਲੀਗੇਸ਼ਨ ਲਾਇਆ ਗਿਆ ਜੀ। ਤੇ ਜੇ ਉਹ ਬੰਦਾ ਕਹਿ ਦੇਵੇ ਵੀ ਇਹ ਐਲੀਗੇਸ਼ਨ ਮੇਰੇ ਖਿਲਾਫ ਮਤਲਬ ਸੱਚਾ, ਮੇਰੇ ਤੋਂ ਗਲਤੀ ਹੋਈ ਹੈ, ਮੈਂ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ, ਉਹਨੂੰ ਥੋੜੀ ਬਹੁਤੀ ਤਨਖਾਹ ਲਾ ਕੇ ਮਾਫ ਕਰ ਦਿੱਤਾ ਜਾਂਦਾ ਹੈ ਜੀ। ਤੇ ਜੇ ਕੋਈ ਬੰਦਾ ਇਸ ਗੱਲ ਤੋਂ ਆਕੀ ਹੋ ਜੇ ਕਿ ਮੈਂ ਨਹੀਂ ਆਉਣਾ, ਮੈਂ ਤੁਹਾਡਾ ਹੁਕਮ ਨਹੀਂ ਮੰਨਣਾ, ਫਿਰ ਉਹਨੂੰ ਮਤਲਬ ਪੰਥ ਚੋਂ ਛੇਕਣ ਦੀ ਗੱਲ ਇਹ ਬਾਅਦ ਵਿੱਚ ਆਉਂਦੀ ਹੈ, ਪਹਿਲਾਂ ਨਹੀਂ ਆਉਂਦੀ। ਇਹ ਸਟੈਪ ਜਿਹੜਾ, ਇਹ ਜੋ ਸਟੈਪ ਪੱਟਿਆ ਗਿਆ, ਇਹ ਅਖੀਰਲੀ ਗੱਲ ਜਿਹੜੀ ਸੀ ਸਭ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਹਾਂਜੀ। ਇਹਦੇ ਤੋਂ ਏਦਾਂ ਲੱਗਦਾ ਵੀ ਮਤਲਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਕਿਸੇ ਨਾ ਕਿਸੇ ਦਬਾਅ ਥੱਲੇ ਆ ਕੇ ਇਹ ਕੰਮ ਕੀਤਾ ਤੇ ਇਹਦੇ ਨਾਲ ਅਕਾਲ ਤਖਤ ਦੀ ਜਿਹੜੀ ਸੁਪਰਮੇਸੀ ਹੈ, ਅਕਾਲ ਤਖਤ ਦਾ ਰੁਤਬਾ ਜਿਹੜਾ, ਉਹਦੀ ਆਜ਼ਾਦ ਹਸਤੀ ਜਿਹੜੀ ਹੈ
ਉਹਦਾ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਉਹਦੇ ਅੱਗੇ ਲੱਗਦਾ ਹੈ। ਜਥੇਦਾਰ ਦੇ ਕਿਰਦਾਰ ਉੱਤੇ ਵੀ ਇਹ ਗੱਲਾਂ ਮਤਲਬ ਲੱਗਦੀ ਆ। ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਇਸ ਤਰ੍ਹਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਉਹ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਮਨਵਾਉਣ ਤੇ ਜ਼ੋਰ ਦਿੰਦੇ, ਪਰ ਇਹ ਤਾਂ ਪੰਜਾਬ ਦੇ ਸਿੱਖਾਂ ਨੂੰ ਹਰਿਆਣਾ ਦੇ ਸਿੱਖਾਂ ਦੇ ਖਿਲਾਫ ਅਤੇ ਹਰਿਆਣਾ ਦੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦਾ ਇੱਕ ਤਰ੍ਹਾਂ ਦਾ ਐਲਾਨ ਕਰ ਦਿੱਤਾ ਇਹਨਾਂ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਾਰਾ ਸਿੱਖ ਪੰਥ ਇਹ ਜਾਣਦਾ ਹੈ ਕਿ ਪੰਥ ਵਿਰੋਧੀ ਜਿਹੜੀ ਸ਼ਕਤੀਆਂ ਨੇ, ਭਾਵੇਂ ਉਹ RSS ਹੈ, ਭਾਵੇਂ ਕਾਂਗਰਸ ਹੈ, ਭਾਵੇਂ ਕੋਈ ਹੋਰ ਤਾਕਤਾਂ ਨੇ, ਉਹ ਸਿੱਖ ਪੰਥ ਦੀ ਸ਼ਕਤੀ ਨੂੰ ਤੋੜਨਾ ਚਾਹੁੰਦੇ ਨੇ, ਸਿੱਖ ਪੰਥ ਦੇ ਅੰਦਰ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ। ਤਾਂ ਜਿਹੜੀ ਪੰਥ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਜਿਨ੍ਹਾਂ ਦਾ ਇਹਨਾਂ ਸਾਰੀਆਂ ਸੰਸਥਾਵਾਂ ਉੱਤੇ ਕੰਟਰੋਲ ਹੈ, ਉਹ ਸਾਰੀਆਂ ਧਿਰਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਸਾਜ਼ਿਸ਼ਾਂ ਜਿਹੜੀਆਂ ਪੰਥ ਵਿਰੋਧੀ ਨੇ, ਉਹਨਾਂ ਸਾਜ਼ਿਸ਼ਾਂ ਨੂੰ ਅਸੀਂ ਕਿਵੇਂ ਉਹਨਾਂ ਦਾ ਟੱਕਰਾ ਕਰਨਾ ਹੈ, ਕਿਵੇਂ ਉਹਨਾਂ ਦੀਆਂ ਸਾਜ਼ਿਸ਼ਾਂ ਫੇਲ ਕਰਨੀਆਂ ਨੇ, ਇਹ ਸਾਡੀ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ। ਇਹ ਹਰਿਆਣਾ ਦੀ ਗਵਰਨਮੈਂਟ ਨੇ ਆਪਣੀਆਂ, ਜਾਂ ਉੱਥੇ ਦੀ ਕਾਂਗਰਸ ਨੇ ਆਪਣੀਆਂ ਵੋਟਾਂ ਲੈਣ ਖਾਤਰ ਉੱਥੇ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਤਾਂ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਕੋਲ ਬੜੇ ਰਾਹ ਨੇ। ਉਹ ਰਸਤੇ ਉਹਨਾਂ ਨੂੰ ਅਖਤਿਆਰ ਕਰਨੇ ਚਾਹੀਦੇ ਨੇ, ਉਹ ਕਾਨੂੰਨ ਰਾਹ ਅਖਤਿਆਰ ਕਰਨ, ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਣ, ਸੈਂਟਰਲ ਸੁਪਰੀਮ ਕੋਰਟ ਦੇ ਵਿੱਚ ਜਾਣ, ਤੇ ਉਹ ਧਰਨੇ ਦੇਣ, ਮੁਜ਼ਾਹਰੇ ਕਰਨ, ਪੰਥਕ ਕਨਵੈਨਸ਼ਨ ਸੱਦਣ, ਮੋਰਚਾ ਲਾਉਣ, ਜੋ ਗੱਲਾਂ ਮਰਜ਼ੀ ਉਹ ਕਰ ਸਕਦੇ ਨੇ, ਉਹ ਕਰਨ। ਪਰ ਜੋ ਪੰਥ ਵਿਰੋਧੀ ਸ਼ਕਤੀਆਂ ਕਰਦੀਆਂ ਨੇ, ਜੋ ਕਾਂਗਰਸ ਕਰਦੀ ਹੈ, ਤੇ ਜੇ ਉਹੀ ਕੁਛ ਅਸੀਂ ਕਰੀ ਜਾਣਾ ਤੇ ਫਿਰ ਉਹਨਾਂ 'ਚ ਸਾਡੇ 'ਚ ਫਰਕ ਕੀ ਰਹੇਗਾ? ਹਾਂਜੀ ਜੀ ਬਿਲਕੁਲ ਜੀ। ਤੇ ਭਾਈ ਸਾਹਿਬ, ਜਿੰਨੀ ਵਾਰੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ TV 80 ਦੇ ਮਾਧਿਅਮ ਨਾਲ, ਹਮੇਸ਼ਾ ਮੈਂ ਇਹ ਨੋਟਿਸ ਕੀਤਾ ਕਿ ਤੁਸੀਂ ਹਮੇਸ਼ਾ ਸੱਚ ਦਾ ਸਾਥ ਦਿੰਦੇ ਹੋ, ਹਮੇਸ਼ਾ ਰਾਈਟ ਪੈਥ ਚੂਜ਼ ਕਰਦੇ। ਤੁਸੀਂ ਆਪਣੇ ਦਿਲ ਤੇ ਦਿਮਾਗ ਤੋਂ ਸੋਚਦੇ, ਤੁਸੀਂ ਕਿਸੇ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਤੁਸੀਂ ਆਪਣਾ ਫੈਸਲਾ ਨਹੀਂ ਲੈਂਦੇ। ਫਿਰ ਵੀਰ ਜੀ, ਤੁਹਾਡੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕ ਬਾਦਲ ਅਕਾਲੀ ਦਲ ਵਿੱਚ ਬੈਠੇ ਕੀ ਕਰ ਰਹੇ ਨੇ? ਤੁਸੀਂ ਕਿਉਂ ਨਹੀਂ ਪੰਥ ਦਰਦੀਆਂ ਦੀ ਅਗਵਾਈ ਕਰਦੇ? ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਸਾਂਝ ਪਾਓ। ਬੀਬੀ ਜੀ, ਇਹਦੇ ਸੰਬੰਧੀ ਦੇਖੋ ਬੜੀ ਬਦਕਿਸਮਤੀ ਆ। ਅਸੀਂ 2-3 ਵਾਰੀ ਇਸ ਕਿਸਮ ਦੇ ਯਤਨ ਕੀਤੇ ਸੀ ਕਿ ਪੰਥਕ ਰੰਗ ਵਿੱਚ ਰੰਗੇ ਹੋਏ, ਗੁਰਮਤ ਦੀ ਵਿਚਾਰਧਾਰਾ ਵਾਲੇ, ਪੰਥਕ ਸੋਚ ਵਾਲੇ, ਪੰਥਕ ਜਜ਼ਬਾਤਾਂ ਵਾਲੇ ਬੰਦੇ ਕਿਸੇ ਨਾ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਣ। ਪਰ ਸਭ ਤੋਂ ਵੱਡੀ ਬਦਕਿਸਮਤੀ ਹੈ ਕਿ ਕਈ ਐਸੇ ਆਗੂ ਨੇ, ਜਿਹੜੇ ਆਗੂ ਮਤਲਬ ਇਹ ਪੰਥਕ ਸ਼ਕਤੀ ਨੂੰ ਇਕੱਠੇ ਬਾਦਲ ਅਕਾਲੀ ਦਲ ਦੇ ਵਿਰੋਧ ਵਿੱਚ ਕਿਤੇ ਇਕੱਠੇ ਹੋਣ ਦੇਣ ਦਾ ਮੌਕਾ ਦੇਣਾ ਹੀ ਨਹੀਂ ਚਾਹੁੰਦੇ। ਜਦੋਂ ਵੀ ਹੁੰਦੇ ਆ, ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ, ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਸੀ, ਚੋਣਾਂ ਵਿੱਚ ਸਾਰੀਆਂ ਧਿਰਾਂ ਚਾਹੁੰਦੀਆਂ ਸੀ ਕਿ ਇੱਕ ਪਲੇਟਫਾਰਮ ਬਣਾ ਕੇ ਲੜਿਆ ਜਾਵੇ। ਇਕੱਲੇ ਸਿਮਰਜੀਤ ਸਿੰਘ ਮਾਨ ਨੇ ਨਹੀਂ ਲੜਨ ਦਿੱਤਾ। ਤੇ ਜਦੋਂ ਕੋਈ ਇਹੋ ਜਿਹੇ ਬੰਦੇ ਆਪਣੀ ਵੱਖਰੀ ਲਾਈਨ ਖਿੱਚ ਲੈਂਦੇ ਨੇ, ਤਾਂ ਫਿਰ ਲੋਕ ਜਿਹੜੇ ਇਹ ਕਹਿੰਦੇ ਨੇ ਵੀ ਯਾਰ ਤੁਸੀਂ ਜੇ ਲੜਨਾ ਇੱਕ ਜਥੇਬੰਦੀ ਬਣਾਓ, ਇੱਕ ਪਲੇਟਫਾਰਮ ਬਣਾਓ, ਤੁਸੀਂ ਏਦਾਂ ਦੀਆਂ ਅੱਡ-ਅੱਡ ਜਥੇਬੰਦੀਆਂ ਬਣਾ ਕੇ ਕਿਉਂ ਲੜਦੇ ਹੋ? ਫਿਰ ਲੋਕਾਂ ਦਾ ਭਰੋਸਾ ਨਹੀਂ ਵੱਧਦਾ। ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਐ ਲੱਗਦਾ ਵੀ ਯਾਰ ਇਹਨਾਂ ਤੇ ਹਾਰੇ ਜਾਣਾ। ਜਦੋਂ ਬਾਦਲ ਅਕਾਲੀ ਦਲ ਦੇ ਮੁਕਾਬਲੇ 10 ਬੰਦੇ ਖੜੇ ਕਰੋਗੇ ਤਾਂ ਫਿਰ ਲੋਕਾਂ ਨੂੰ ਗਿਆਨ ਇਹ ਹੋਏਗਾ ਕਿ 10 ਹਾਰ ਜਾਣਗੇ ਜੀ, ਇੱਕ ਬਣਾ ਕੇ ਕਿਉਂ ਨਹੀਂ ਲੜਦੇ? ਇਹਦਾ ਜਿਹੜੀ ਸਭ ਤੋਂ ਵੱਡੀ ਘਾਟ ਹੈ ਕਿ ਸਾਡੇ ਕੋਲ ਪੰਥਕ ਰੰਗ ਵਿੱਚ ਰੰਗੇ ਹੋਏ ਬੰਦੇ ਜਿਹੜੇ ਨੇ, ਉਹਨਾਂ ਨੂੰ ਦੂਜੇ ਲੋਕਾਂ ਨਾਲੋਂ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਵੱਖਰੇ ਰੂਪ ਵਿੱਚ ਵੇਖਣਾ ਚਾਹੀਦਾ। ਅਸੀਂ ਪੰਥ ਦੀ ਚੜ੍ਹਦੀ ਕਲਾ ਲੋਚਦੇ ਹਾਂ, ਅਸੀਂ ਪੰਥ ਦੀ ਮਤਲਬ ਪ੍ਰਚਾਰ ਤੇ ਪ੍ਰਸਾਰ ਚਾਹੁੰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਗੁਰਦੁਆਰਾ ਪ੍ਰਬੰਧ ਚੰਗਾ ਹੋਵੇ, ਇਹਨੂੰ ਰਾਜਨੀਤਿਕ ਹਿੱਤਾਂ ਲਈ ਨਹੀਂ ਨਾ ਵਰਤਿਆ ਜਾਵੇ। ਸਾਡੀ ਇੱਛਾ ਤੇ ਭਾਵਨਾ ਇਸ ਕਿਸਮ ਦੀ ਹੁੰਦੀ ਹੈ ਕਿ ਜੇ ਅਸੀਂ ਵੀ ਉਹਨਾਂ ਵਾਂਗੂ ਚੌਧਰ ਵਾਲੀ ਗੱਲ ਕਰਨੀ ਹੈ, ਅਸੀਂ ਕਹਿਣਾ ਵੀ ਮੈਂ ਵੱਡਾ, ਮੈਨੂੰ ਮੇਰੇ ਤੋਂ ਬਗੈਰ ਦੂਜਾ ਕੋਈ ਨਹੀਂ, ਤਾਂ ਫਿਰ ਕੁਦਰਤੀ ਗੱਲ ਆ ਉਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਬਣਦਾ। ਪਰ ਜਿਹੋ ਜਿਹੇ ਹੁਣ ਹਾਲਾਤ ਬਣਦੇ ਜਾ ਰਹੇ ਨੇ, ਇਹਨਾਂ ਹਾਲਾਤਾਂ ਵਿੱਚ ਕਿਤੇ ਨਾ ਕਿਤੇ ਦੇਖੋ ਏਦਾਂ ਹੁਣ ਅਕਾਲੀ ਦਲ ਨਹੀਂ ਚੱਲ ਸਕੇਗਾ, ਬਾਦਲ ਅਕਾਲੀ ਦਲ ਵੀ ਨਹੀਂ ਚੱਲ ਸਕੇਗਾ, ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣਦੇ ਜਾ ਰਹੇ ਨੇ। ਜਾਂ ਤਾਂ ਅਕਾਲੀ ਦਲ ਬਾਦਲ ਨੂੰ ਆਪਣੇ ਅੰਦਰ ਸੁਧਾਰ ਲਿਆਉਣਾ ਪਏਗਾ, ਨਹੀਂ ਕੋਈ ਨਾ ਕੋਈ ਪੰਥਕ ਧਿਰ ਜਿਹੜੀ ਹੈ ਉਹ ਪੰਥ ਨੂੰ ਆਵਾਜ਼ ਮਾਰ ਕੇ ਕਿਤੇ ਨਾ ਕਿਤੇ ਇਕੱਠੀ ਹੋਏਗੀ। ਏਦਾਂ ਦੀ ਅਵਗਿਆ, ਏਦਾਂ ਦੀਆਂ ਗਲਤੀਆਂ, ਏਦਾਂ ਦੇ ਗੁਨਾਹ ਇਹ ਸੰਗਤ ਹੁਣ ਬਹੁਤਾ ਦੇਰ ਬਰਦਾਸ਼ਤ ਨਹੀਂ ਕਰ ਸਕਦੀ, ਨਹੀਂ ਕਿਸੇ ਨੇ ਕਰਨਾ। ਜੀ ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਖੁੱਲੇ, ਕਿਤੇ ਨਾ ਕਿਤੇ ਕਿਸੇ ਦੀ ਅੱਖਾਂ ਦਾ ਖੁੱਲੀਆਂ ਹੋਣਗੇ ਤੁਹਾਡੇ ਵਿਚਾਰ ਦੇ ਨਾਲ। ਆਈ ਹੋਪ ਕਿ ਉਹ ਲਿਸਨ ਕਰਨ ਤੇ ਇਸ ਤੋਂ ਸਿੱਖਣ। ਤੇ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
व्यूअर्स वक्त हो गया एक छोटे जे ब्रेक तक। कीप वॉचिंग न्यूज़ TV 84। We'll be right back after a short break.